ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ ਵਿੱਚ ਦੋਸਤੋ ਤੁਹਾਡਾ ਨਿੱਘਾ ਸਵਾਗਤ, ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਤੇ ਅੱਜ ਦੋਸਤੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਸੁੱਖ ਤੇ ਪ੍ਰਸੰਨਤਾ, ਇਹਨਾਂ ਦੋਵਾਂ ਦੇ ਵਿੱਚ ਅੰਤਰ ਕੀ ਹੈ। ਕਿਉਂਕਿ ਅਸੀਂ ਕਈ ਵਾਰ ਸੁੱਖ ਨੂੰ ਪ੍ਰਸੰਨਤਾ ਸਮਝ ਲੈਂਦੇ ਹਾਂ ਔਰ ਪ੍ਰਸੰਨਤਾ ਨੂੰ ਸੁੱਖ ਸਮਝ ਲੈਂਦੇ ਹਾਂ, ਪਰ ਦੋਵਾਂ ਦੇ ਵਿੱਚ ਨਾ ਬਹੁਤ ਵੱਡਾ ਫਰਕ ਹੈ। ਤੇ ਅੱਜ ਆਪਾਂ ਨਾ ਉਸ ਫਰਕ ਨੂੰ ਸਮਝਣਾ ਹੈ, ਕਿਉਂਕਿ ਸਾਡੀ ਜ਼ਿੰਦਗੀ 'ਚ ਜੇਕਰ ਇਹ ਚੀਜ਼ ਸਮਝ ਲਈ ਨਾ ਅਸੀਂ ਬਹੁਤ 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 ਸੁਖੀ ਹੋ ਜਾਵਾਂਗੇ। ਕਿਉਂਕਿ ਸੁੱਖ ਤੇ ਤੁਸੀਂ ਵੀ ਚਾਹੁੰਦੇ ਹੋ, ਮੈਂ ਵੀ ਚਾਹੁੰਦਾ, ਹਰ ਜੀਵ ਜੰਤੂ ਵੀ ਚਾਹੁੰਦਾ ਹੈ ਕਿ ਮੈਨੂੰ ਸੁੱਖ ਮਿਲੇ। ਪਰ ਸੁੱਖ ਦੇ ਨਾਲ ਨਾਲ ਉਸ ਤੋਂ ਵੀ ਇੱਕ ਉੱਤੇ ਹੋਰ ਚੀਜ਼ ਹੁੰਦੀ ਹੈ, ਉਹ ਹੈ ਪ੍ਰਸੰਨਤਾ। ਪ੍ਰਸੰਨਤਾ ਅਤੇ ਸੁੱਖ ਦਾ ਅੱਜ ਆਪਾਂ ਅੰਤਰ ਸਮਝਾਂਗੇ। ਪਰ ਉਸ ਤੋਂ ਪਹਿਲੇ ਮੇਰੀ ਇੱਕ ਤੁਹਾਨੂੰ ਗੁਜ਼ਾਰਿਸ਼ ਹੈ, ਵੀਰੋ, ਭੈਣੋ, ਦੋਸਤੋ, ਮਿੱਤਰੋ, ਤੁਸੀਂ ਇਸ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਦੇਵੋ, ਨਾਲ ਲੱਗਾ ਜੋ ਬੈਲ ਆਈਕਨ ਹੈ ਉਹ ਵੀ ਦਬਾ ਦੇਵੋ, ਤਾਂ ਕਿ ਤੁਹਾਡੇ ਕੋਲ ਸਾਡੀਆਂ ਜੋ ਵੀਡੀਓਜ਼ ਨੇ ਇਹ ਸਭ ਤੋਂ ਪਹਿਲਾਂ ਪਹੁੰਚਣ। ਅਤੇ ਜੇਕਰ ਤੁਸੀਂ ਫੇਸਬੁੱਕ 'ਤੇ ਇਸ ਨੂੰ ਦੇਖ ਰਹੇ ਹੋ, ਉੱਥੇ ਵੀ ਤੁਸੀਂ ਸਾਡੇ ਪੇਜ ਨੂੰ ਲਾਈਕ ਵੀ ਕਰੋ, ਫੋਲੋ ਵੀ ਕਰੋ, ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਇਹ ਵੀਡੀਓ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਪਹੁੰਚੇ ਅਤੇ ਉਹਨਾਂ ਦਾ ਵੀ ਕੁਝ ਫਾਇਦਾ ਹੋਵੇ। ਅਤੇ ਆਓ ਚੱਲੀਏ, ਹੁਣ ਆਪਾਂ ਚੱਲਦੇ ਹਾਂ ਆਪਣੇ ਵਿਸ਼ੇ ਵੱਲ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸੁੱਖ ਅਤੇ ਪ੍ਰਸੰਨਤਾ ਇਹ ਦੋਵੇਂ ਇੱਕੋ ਨਹੀਂ ਹੈ, ਇਹਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਅਸਲ ਵਿੱਚ ਜੋ ਸੁੱਖ ਹੁੰਦਾ ਹੈ ਨਾ, ਸੁੱਖ ਸਾਡੇ ਸਰੀਰ ਲਈ ਹੁੰਦਾ ਹੈ। ਕਿਉਂਕਿ ਜਦ ਮੈਂ ਕੋਈ ਨਵੀਂ ਚੀਜ਼ ਖਰੀਦ ਕੇ ਲਿਆਉਣਾ ਹੈ ਅਤੇ ਉਸ ਚੀਜ਼ ਨੂੰ ਇਸੇ ਲਈ ਖਰੀਦਦਾ ਕਿ ਮੈਨੂੰ ਕੁਝ ਸੁੱਖ ਮਿਲੇ। ਇੰਨੀ ਗਰਮੀ ਦੇ ਵਿੱਚ ਜਦ ਕੋਈ ਪੰਖੀ ਚੱਲ ਰਿਹਾ ਹੁੰਦਾ ਨਾ ਤਾਂ ਬੜਾ ਦੁਖੀ ਹੁੰਦਾ ਹੈ, ਪਰ ਜੇਕਰ ਉਹ ਪੰਖੀ ਚੱਲਦਿਆਂ ਚੱਲਦਿਆਂ ਉਹਨੂੰ ਕਿਤੇ ਏਸੀ ਮਿਲ ਜਾਏ ਤਾਂ ਕਿਆ ਮਜ਼ੇ ਆ ਗਏ, ਬੜਾ ਸੁੱਖ ਮਿਲ ਗਿਆ। ਹੁਣ ਇਸ ਵੇਲੇ ਤੁਸੀਂ ਦੇਖੋ ਨਾ, ਜਦੋਂ ਕਰੋਨਾ ਚੱਲ ਰਿਹਾ ਅਤੇ ਜੋ ਮਜ਼ਦੂਰ ਵਿਚਾਰੇ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ, ਪੈਦਲ ਹੀ ਇੱਕ ਦੂਸਰੇ ਨੂੰ ਆਪਣੇ ਕੰਧਿਆਂ 'ਤੇ ਚੁੱਕ ਕੇ 2-2 ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕਰ ਰਹੇ ਸਨ। ਰਸਤੇ ਦੇ ਵਿੱਚ ਖਾਣ ਦੇ ਵਾਸਤੇ ਰੋਟੀ ਨਹੀਂ ਸੀ, ਪੀਣ ਲਈ ਪਾਣੀ ਨਹੀਂ ਸੀ, ਅਤੇ ਉਸ ਵੇਲੇ ਉਹ ਬਹੁਤ ਜ਼ਿਆਦਾ ਦੁਖੀ ਸਨ। ਪਰ ਨਾਲ ਦੀ ਨਾਲ ਹੋ ਸਕਦਾ ਹੈ ਉਹਨਾਂ ਦੇ ਅੰਦਰ ਇੱਕ ਪ੍ਰਸੰਨਤਾ ਵੀ ਹੋਵੇ। ਪ੍ਰਸੰਨਤਾ ਇਸ ਗੱਲ ਦੀ, ਕੋਈ ਗੱਲ ਨਹੀਂ, ਦੁੱਖ ਹਨ, ਪਰੇਸ਼ਾਨੀਆਂ ਹਨ, ਪਰ ਸਾਡਾ ਘਰ ਦੀ ਮੰਜ਼ਿਲ ਨਜ਼ਦੀਕ ਆਉਂਦੀ ਜਾ ਰਹੀ ਹੈ। ਇੱਥੋਂ ਤੱਕ ਮੈਂ ਦੇਖਿਆ ਕਿ ਕੁਝ ਲੋਕ 2-2 ਹਜ਼ਾਰ ਕਿਲੋਮੀਟਰ ਦਾ ਪੈਂਡਾ ਹੈ ਜਿਹੜਾ ਉਹ ਸਾਈਕਲ 'ਤੇ ਆਪਣੇ ਬਜ਼ੁਰਗਾਂ ਨੂੰ ਮਗਰ ਬਿਠਾ ਕੇ ਆਪਣੇ ਪਿੰਡਾਂ 'ਚ ਪਹੁੰਚ ਗਏ। ਇਸ ਤੋਂ ਪਤਾ ਚੱਲਦਾ ਹੈ ਸੁੱਖ ਹੋਰ ਚੀਜ਼ ਹੈ ਔਰ ਪ੍ਰਸੰਨਤਾ ਹੋਰ ਚੀਜ਼ ਹੈ। ਹਾਂ, ਮੈਂ ਇੱਕ ਗੱਲ ਇੱਥੇ ਕਹਿ ਦੇਣੀ ਚਾਹੁੰਦਾ ਹਾਂ ਕਿ ਜੋ ਸੁੱਖ ਹੈ ਉਹ ਲੰਬੇ ਸਮੇਂ ਤੱਕ ਚੱਲਦਾ ਹੈ। ਸੁੱਖ ਲੰਬੇ ਸਮੇਂ ਤੱਕ ਚੱਲਦਾ ਹੈ। ਮੰਨ ਲਓ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਏਸੀ ਲਗਾ ਲਿਆ ਹੈ ਅਤੇ ਹੁਣ ਇਹ ਨਹੀਂ ਕਿ ਏਸੀ ਦਾ ਸੁੱਖ ਹੈ ਜਿਹੜਾ ਉਹ ਘੰਟੇ 2 ਘੰਟੇ ਲਈ ਰਹੇਗਾ ਨਾ। ਹੁਣ ਤਾਂ ਇਹਦਾ ਸੁੱਖ, ਇਹਦੀ ਠੰਡੀ ਹਵਾ ਤੁਸੀਂ ਜਿੰਨਾ ਚਿਰ ਚਾਹੋ ਉਨਾ ਚਿਰ ਲੈਂਦੇ ਰਹੋ, ਬਸ ਜੇਬ ਹੀ ਤਾਂ ਲੱਗਣੀ ਹੈ, ਬਿੱਲ ਹੀ ਤਾਂ ਬਲਦਾ ਹੈ। ਔਰ ਇਸੇ ਤਰ੍ਹਾਂ ਹੀ ਤੁਸੀਂ ਇੱਕ ਸੋਹਣੀ ਵਧੀਆ ਕਾਰ ਲੈ ਲਈ ਹੈ, ਹੁਣ ਉਸ ਕਾਰ ਦੇ ਵਿੱਚ ਤੁਸੀਂ ਬੈਠ ਕੇ ਕਿਤੇ ਵੀ ਜਾਣਾ ਤਾਂ ਬੜਾ ਸੁੱਖ ਹੈ। ਘਰ ਤੋਂ ਬੈਠੇ ਔਰ ਅਗਲੇ ਦੇ ਟਿਕਾਣੇ 'ਤੇ ਘਰ ਹੀ ਜਾ ਉਤਰੇ, ਬੜਾ ਸੁੱਖ ਹੈ। ਪਰੰਤੂ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਏਸੀ ਦੇ ਵਿੱਚ ਬੈਠੇ ਹੋਵੋ ਅਤੇ ਉਦੋਂ ਤੁਸੀਂ ਪ੍ਰਸੰਨ ਵੀ ਹੋਵੋ। ਹੋ ਸਕਦਾ ਹੈ ਉਸ ਵੇਲੇ ਤੁਸੀਂ ਅੰਦਰੋਂ ਜਿਹੜਾ ਹੈ ਉਹ ਦੁਖੀ ਵੀ ਹੋਵੋ, ਅੰਦਰ ਚਿੰਤਾਵਾਂ ਵੀ ਹੋਣ, ਪਰੇਸ਼ਾਨੀਆਂ ਵੀ ਹੋਣ। ਔਰ ਅਕਸਰ ਹੀ ਦੇਖਿਆ ਗਿਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਏਸੀ ਲੱਗੇ ਹੁੰਦੇ ਆ ਨਾ, ਉਹਨਾਂ ਨੂੰ ਬੜੀਆਂ ਹੀ ਟੈਨਸ਼ਨ ਹੁੰਦੀਆਂ, ਬੜੀਆਂ ਹੀ ਪਰੇਸ਼ਾਨੀ ਹੁੰਦੀਆਂ, ਮਨ ਕਰਕੇ ਉਹ ਪਰੇਸ਼ਾਨ ਹੈ। ਇਹਦਾ ਮਤਲਬ ਉਹ ਪ੍ਰਸੰਨ ਨਹੀਂ ਹੈ। ਮੈਂ ਇੱਕ ਹੋਰ ਛੋਟੀ ਜਿਹੀ ਉਦਾਹਰਨ ਦੇ ਦਿੰਦਾ। ਔਰ ਅਸੀਂ ਕੀ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਸਾਨੂੰ ਖੁਸ਼ੀ, ਪ੍ਰਸੰਨਤਾ ਉਦੋਂ ਮਿਲਦੀ ਹੈ ਜਦ ਸਾਡੇ ਮਨ ਚਾਹੇ ਖਾਣੇ ਖਾਣ ਨੂੰ ਮਿਲ ਜਾਣ। ਅਤੇ ਮੰਨ ਲਓ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਘਰ ਬੁਲਾ ਲੈਂਦੇ ਹੋ, ਉਹਨੂੰ ਕਹਿੰਦੇ ਹੋ ਕਿ ਮਿੱਤਰਾ ਹੁਣ ਇਹ ਦੱਸ ਤੈਨੂੰ ਖਾਣ ਲਈ ਕਿਹੜੇ ਕਿਹੜੇ ਖਾਣੇ ਚਾਹੀਦੇ ਆ, ਮੈਂ ਤੈਨੂੰ ਉਹ ਸਾਰੇ ਦੇ ਸਾਰੇ ਖਾਣੇ ਪਲੇਟ ਦੇ ਵਿੱਚ ਰੱਖ ਕੇ ਦੇ ਦਿੰਦਾ ਅਤੇ ਲੈ ਤੂੰ ਹੁਣ ਇੱਕ ਵਾਰ ਸ਼ਾਹੀ ਠਾਠ ਬਾਠ ਦੇ ਨਾਲ ਖਾਣੇ ਖਾ। ਹੁਣ ਜਦੋਂ ਤੁਸੀਂ ਸੋਚੋ ਉਹਦੇ ਅੱਗੇ ਤੁਸੀਂ ਖਾਣਿਆਂ ਦੀ ਪਲੇਟ ਲੈ ਕੇ ਆਓਗੇ, ਸ਼ਾਹੀ ਪਨੀਰ ਲੈ ਕੇ ਆਓਗੇ, ਉਸ ਦੇ ਨਾਲ ਹੋਰ ਜਿੰਨੇ ਵੀ ਵਧੀਆ ਤੋਂ ਵਧੀਆ ਚੀਜ਼ਾਂ ਨੇ ਉਹ ਲੈ ਕੇ ਆਓਗੇ, ਅਤੇ ਜ਼ਰਾ ਸੋਚੋ ਉਸ ਵੇਲੇ ਉਹਦੀ ਹਾਲਤ ਕੀ ਹੋਏਗੀ। ਪ੍ਰਸੰਨ ਹੋਏਗਾ ਜਾਂ ਨਹੀਂ? ਹਾਂ, ਜ਼ਰੂਰ ਸਮਝ ਗਏ ਤੁਸੀਂ, ਉਹ 100% ਉਸ ਵੇਲੇ ਪ੍ਰਸੰਨ ਹੋਏਗਾ।
पर उस तो बाद जद खाने अगे रखे पहली बुरकी उसने मूँह दे विच पाई ते तुसीं उसनूं कुछ ऐसी गल कह दित्ती जिहड़ी गल उहदे हिरदे ते लग गई। तुसीं उहदी बेइज्जती भी नाल स्टार्ट कर दित्ती। और दस्सिओ जे जदों तुसीं उसदी बेइज्जती करोगे उदों बाद वो प्रसन्नता उहदे कोल रहेगी जां नहीं। खाने ते पए आ, पनीर शाही ते उसे तरह ही पिया है, अजे भी जिहड़ा है उहदे अगे जो स्वीडिश है वो पई होई है, अजे भी उहदे अगे जिहड़ा चिकन बिरयानी पई होवेगी, पर हुण वो चीज़ां खाण लई उहदा मन नहीं करेगा। उन्हां दा जिहड़ा स्वाद सी मज़ा सी वो जांदा रहेगा। क्यों? क्योंकि हुण उहदा मन प्रसन्न नहीं है। गल ये है कि साडा मन दा प्रसन्न होना होर चीज़ है, साडे तन दा सुखी होना होर चीज़ है। इन्हां दोवां दे विच बहुत वड्डा फर्क है। और अक्सर मैं देखदा कि बहुत सारे लोग है जिहड़े वो सुखी शायद नहीं हुंदे पर प्रसन्न हुंदे आ। हाँ, ये कईयां नूं आदत पै जांदी है कि सब कुछ हुंदियां भी दुखी होण दी। और खास करके जो प्रसन्न चित्त नहीं रहिंदे, उदास चित्त रहिंदे है, निराश रहिंदे ने, डिप्रैसड रहिंदे ने, स्ट्रैसड रहिंदे ने, ये उन्हां दी आदत है। आदतां बदलियां जा सकदियां है। और तुसीं अपणियां आदतां नूं, अपने सुभाਅ नूं, अपने नेचर नूं बदल के सुखी भी हो सकदे हो, प्रसन्न भी हो सकदे हो। और एक चीज़ लोकां ने ना गलत कीती लगदी है, मैं उहदे नाल सहमत नहीं है। क्योंकि जिन्ना किसी का नज़रिया हुंदा है उन्नी वो उस तरीके नाल गल करदा है। ते असल विच जो धर्म दे लोग रहे ने ना, धार्मिक जगत दे लोग, उन्होंने एक चीज़ कही कि जे मोक्ष पाना है तो फिर तुहानूं हसना खेडना नचना कुदना छड्डना पेगा। फिर तुहानूं पत्नी भी छड्डनी पेगी, बच्चे भी छड्डने पैणगे, घर भी छड्डना पेगा, सब सुख आराम छड्डना पवेगा। उस इसे नूं गुरबाणी कहिंदी है, गृह तज बन खंड जाइए चुन खाइए कंदा, अजू बकार ना छोड़ई पापी मन मंदा। और सब कुछ छड्डना पेगा, ये धर्म कहिंदा है। धर्म ये सोचता है कि जे तुहाडे कोल सुख रहे तो तुसीं मोक्ष नहीं प्राप्त कर सकोगे। मोक्ष प्राप्त करना है तो सुख और प्रसन्नता नूं छड्डना पवेगा। पर मैं इस तो बिल्कुल उल्ट कहना, मेरे कहने का मतलब ये है अगे दा जो मोक्ष है वो किसी ने नहीं देखा किस तरह का है। क्योंकि साहिब श्री गुरु ग्रंथ साहिब महाराज भी कहते हैं, मरे होए नूं मुक्त देहोगे तां मुक्त ना जाणै कोयला। जदों मैं मर गया उदों बाद किहड़ी मुक्ति दियां तुसीं गल्लां करदे हो, ऐसी मुक्ति सानूं नहीं चाहिदी। और इस जिंदगी दे विच सानूं सुख भी चाहिदा है, सानूं प्रसन्नता भी चाहिदी है। और ये दोनों ही इकट्ठियां बंदा अचीव कर सकता है। क्योंकि जो सुख मिलना है ये पैसे दे नाल मिलना है, पैसा कमाओगे तो सुखी रहोगे। क्योंकि माँ बाप यही कहते हैं, टीचर यही कहते हैं कि जिन्ना तुहाडे कोल पैसा होएगा उन्ने तुसीं अपने सुख दे साधन ज़्यादा इजाद कर लवोगे। और जिन्ना तुहाडे कोल चंगा नेचर होवेगा, दूसरियां दा भला करना, दूसरियां दे बारे च चंगा सोचना, उन्ने तुसीं प्रसन्न होवोगे। और एक चीज़ मैं इत्थे होर भी कह देवां, प्रसन्न चित्त हुंदा है जिहड़ा वो ऊर्जा दे नाल भरिया हुंदा है। और जो ऊर्जा दे नाल भरिया बंदा है ना, वो हमेशा ही कुछ चंगा सोचेगा, हर वेले कुछ ना कुछ करन दी सोचेगा। तो जिहड़ा बंदा प्रसन्न नहीं है वो की कहेगा, उन्होंने तुसीं कहो ना रोटी खा ला तो सिर भी एक पासे सुट के कहंदा नहीं यार अज मेरा मूड ठीक नहीं है। ਇਹਦਾ मतलब ऐसा इंसान जिस दा मन प्रसन्न नहीं है ਉਹਦੇ अंदरों सारी ऊर्जा खत्म हो जाती है। और जिस दे अंदरों ऊर्जा खत्म हो गई, भावें ਉਹਦੇ घर च AC चल रहे होण, भावें वड्डी कोठी होवे, किद्दे भी नौकर होण, कुछ भी होवे, वो जिंदगी च कुछ नहीं कर सकता। और जिन्ने लोग सुसाइड करते हैं ऐसे करके सुसाइड करते हैं क्योंकि उन्होंने उस वेले जो चित्त है वो प्रसन्न नहीं होंगे। इसे करके जब कोई सुसाइड करन जाता वो कोई हसदा होया थोड़ा जाता, वो लोगो आओ वेखो मैं सुसाइड करन चलिया, जिस तरह मेले जान लगा बंदा करता या जिस तरह सिनेमे जान लगा करता, इदा नहीं। उस वेले वो रो रहा होंदा क्योंकि वह चित्त प्रसन्न नहीं होंदा। इस तरह ही जब किसी बंदे दे चित्त प्रसन्न नहीं होएगा तो वह निगार च आउणा अवश्य है। क्योंकि वो बंदा जिंदगी दे विच हमेशा ही हेठां हेठां तुरया जाएगा। पर जब कोई प्रसन्न चित्त रहेगा वो अगे अगे वधदा जाएगा। मैं एक बड़ी प्यारी जी तुहानूं कहानी
दसनी चाहना, कहानी नहीं सच्चाई है। सच्चाई कुछ इस तरह है कि ਗਿਆਨੀ संत सिंह जी मस्कीन साहब होरां दे नाल मैं भी रहिंदा हुंदा सी। उन्हां तो कथा दी विद्या लैंदे सी, जिथे जांदे सी उन्हां दे काफले जांदे सी ते उन्हां दे काफले च बहुत सारे रागी सिंह, कथावाचक, कवि ये चलते सन। तो इत्थों तक इंडियन ही नहीं, जो अंग्रेज़ भी उस वेले सिख धर्म के बारे च जानकारी वधाउणा चाहुंदे हुंदे सन, वो भी उन्हां दे नाल आके रहिंदे हुंदे सन। ते उस वेले उन्हां दे कोल एक साडे नाल ਗਿਆਨੀ लूह सिंह रहिंदे सन, अमेरिकन सिख सन, गोरे सिख, वो उन्हां दे नाल रहिंदे हुंदे सन। तो एक दिन उन्होंने ਗਿਆਨੀ संत सिंह जी मस्कीन साहब होरां नूं बेनती की कि ਗਿਆਨੀ जी, मैं ये देखना चाहुंदा हाँ कि की गरीबी ते प्रसन्नता दोवें इकट्ठियां रह सकदियां। इसलिए मैनू किसी गरीब इलाके दे विच भेजो, उत्थे जाके मैं उत्थों दे हालात देखने चाहुंदा। तो ਗਿਆਨੀ संत सिंह जी मस्कीन साहब ने मेरी और मेरे नाल ही एक होर जो उन्हां दे विद्यार्थी सन, भाई अमरीक सिंह जी, साडी दोवां दी ड्यूटी ला दित्ती कि तुसीं इन्हां नूं लै के उस वेले जो साडा खिचड़ीपुर तरलोकपुरी दे आस पास का इलाका, हुण मैनूं करैक्ट तो वो जगह याद नहीं है, कल्याणपुरी याद आ गया, कल्याणपुरी इलाका सी जिस दे विच मैं एक दो बार कथा भी कर आया सी। ते वो इलाका सी जिहड़ा वो साडे जो शिकलीगर सिख है ना, उन्हां दी वसों वाला सी। और शिकलीगर सिख ने जिहड़े ਉਹ बहुत गरीब है, जेकर ਅਸੀਂ कह लीए तो सुख के साधन उन्हां दे कोल नाम मात्र भी नहीं हुंदे और बहुत गरीब कह सकते हैं। उस इलाके दे विच मैं उन्हां नूं लै के चला गया और उस इलाके दे विच असीं जाके देखिया कि एक जगह ते कुछ नौजवान बेपरवाह बैठे आपस विच गल्लां कर रहे सन। एक पासे एक दादा अपने पोते नूं खिडा रहा सी, एक पासे एक नवविआही औरत जिहड़ी है वो रोटियां पका रही सी ते नाल परिवार दे बाकी दे मैंबर बैठे गल्लां कर रहे सी। सारियां दे कोल देखण च एक चीज़ ते सानूं साफ दिस रही सी कि इन्हां लोकां कोल सुख दे साधन बिल्कुल ही नहीं दे बराबर हन, पर दूसरे पासे उन्हां दे चेहरे असीं देख रहे सी, वो बड़े खिड़े होए सी। मन उन्हां दे ऐ प्रसन्न चित सी जिस तो लग रहा सी ये चिंतत भी नहीं, ये परेशान भी नहीं। छोटे छोटे बच्चे बेपरवाही दे विच खेड रहे सन। और इन्हां सारियां चीज़ां नूं देखण तो बाद ਗਿਆਨੀ लूह सिंह ने आके कहा कि अज मैं एक बहुत वड्डी चीज़ लभ के आया है, वो ये है कि सुख दे साधन भले ही घट होण, मन फिर भी प्रसन्न रह सकता है। तो जद असीं वड्डे वड्डे महलों च रहण वाले लोकां नूं जिन्हां दे कोल लखां करोड़ां रुपया है, उन्हां नूं देखदे हैं तो सानूं पता चलता है, जब वो रात भी नींद दीयां गोलियां खा के सौंदे हैं ना, इस तो पता चलता है कि उन्हां कोल सुख तां सारे है पर चित्त दी प्रसन्नता नहीं। और जिस जगह ते चित्त दी प्रसन्नता नहीं, उस जगह ते सुख नहीं, आनंद नहीं। आनंद ते खुशियां तां ही मिलदियां जेकर तुसी दोस्तों प्रसन्न रहना भी सिखो, और प्रसन्न रहना सिक्ख्या जा सकता है, ये अड चीज़ है। सुखी होने लई सानू दूसरिਆਂ ਨੂੰ ਹੇਠਾਂ ਗਿਰਾਉਣਾ ਪਵੇਗਾ, दूसरिਆਂ ਦੇ ਨਾਲ ਕੰਪੀਟੀਸ਼ਨ ਕਰਨਾ ਪਵੇਗਾ, पर आनंदित रहने लई सानू दूसरिਆਂ ਨੂੰ ਵੰਡਣਾ ਪਏਗਾ। याद रखो, जब गुरु नानक देव जी ने 20 रुपइयां ਦਾ भोजन ਭੁੱਖੇ ਸਾਧੂਆਂ ਨੂੰ ਵੰਡਿਆ ਹੋਵੇਗਾ तो उस वेले एक पासे पता सी शरीर ਨੂੰ तो ਹੁਣ दुख होवेगा ही, क्योंकि हुण पिता जी जरूर मारनगे, पर मन नूं प्रसन्नता होएगी। इसलिए गुरु साहब ने मन की प्रसन्नता वाली गल कीती सी। और जेकर तुसीं अपने मन नूं प्रसन्न रखना सीख लिया, तुसीं समझ लो सब कुछ पा लिया, सब कुछ मिल गया। क्योंकि जिसदा मन चंगा उसकी कठौती में गंगा, क्योंकि जिसदा मन वधिया हो गया ਉਹਦੀ गल बन गई। क्योंकि मन वधिया तन आपे ही वधिया। तो जेकर तुहाडा मन चंगा नहीं है, मन दे विच रोग ने, तो तन दे रोग कोई भी नहीं हटा सकता। ये रोग आने ही आने है। क्योंकि जेकर मन दुखी होएगा तुहाडियां अखां चों आंसू वगने ही वगने है, पर जेकर तुहाडा मन खुश होएगा, चेहरे की चमक दस दिंदी है कि मित्रा अज की गल है, इन्ना खुश है। तो आप खुश रहना, प्रसन्न रहना सीखिए। जिंदाबाद।
ਤੇ ਦੋਸਤੋ ਇਹਦੇ ਨਾਲ ਹੀ ਫਿਰ ਦੁਬਾਰਾ ਉਹੀ ਇੱਕ ਗੁਜ਼ਾਰਿਸ਼, ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰੋ। ਸਾਡਾ ਇਹ ਜੋ ਚੈਨਲ ਹੈ YouTube ਤੇ ਹੋਪ ਗਲੋਬਲ ਟੀਵੀ, ਇਸ ਨੂੰ ਤੁਸੀਂ ਸਬਸਕ੍ਰਾਈਬ ਵੀ ਕਰੋ, ਨਾਲ ਬੈਲ ਆਈਕਨ ਦਾ ਜੋ ਬਟਨ ਹੈ ਇਹ ਵੀ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਸਾਡੀ ਹਰ ਵੀਡੀਓ ਸਮੇਂ ਸਿਰ ਪਹੁੰਚੇ। ਤੇ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਉੱਥੇ ਵੀ ਸਾਡੇ ਇਸ ਚੈਨਲ ਨੂੰ ਫੇਸਬੁੱਕ ਪੇਜ ਨੂੰ ਤੁਸੀਂ ਫੋਲੋ ਵੀ ਕਰ ਲਵੋ, ਲਾਈਕ ਵੀ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਆਪਣੇ ਕਮੈਂਟਸ ਵੀ ਲਿਖੋ ਕਿ ਇਹ ਵੀਡੀਓਜ਼ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਔਰ ਅੱਗੇ ਤੁਸੀਂ ਕਿਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ। ਤੇ ਫਿਰ ਮੈਂ ਤੁਹਾਡੇ ਲਈ ਇੱਕ ਹੋਰ ਨਵੀਂ ਜੀ ਲਵਲੀ ਜੀ ਪਿਆਰੀ ਜੀ ਵੀਡੀਓ ਲੈ ਕੇ ਬਹੁਤ ਜਲਦੀ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਤਦ ਤੱਕ ਲਈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।